एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। ज्ञान ध्यान किछ कर्म ना जाना, नाहि न निर्मल करनी। साध संगत के अंचल लाओ, बिखम नदी जाए तरनी। सतनाम वाहे गुरु साहिब जियो। श्लोक महला पहला। दोए दीवे 14 हट नाले, जेते जी तेते वणजारे। दोए दीवे 14 हट नाले, जेते जी तेते वणजारे। खुले हट हो आवा पार, जो पहुँचै सो चलनहार। धर्म दलाल पाए निशान, नानक नाम लाहा परवान। घर आए वजीवा धाई, सच नाम की मिली वडियाई। महला पहला। राती होवन कालियां, सूपे दासे वन। देह बग्गा तपै घना, कालियां काले वन। अंधे अकली बाहरे, मूर्ख अंध ज्ञान। नानक नदरी बाहरे, कभै न पावै मान। पौड़ी। काया कोट रचाया, हर सच्चै आपे। इक दूजै भाए खुआईयन, हाउ मैं विच व्यापे। एह मानस जन्म दुलम, सा मन मुख संतापे। जिस आप बुझाए सो बुझसी, जिस सतगुर थापे। सब जग खेल रचाए उन, सब वरतै आपे। जिस आप बुझाए सो बुझसी, जिस सतगुर थापे। सब जग खेल रचाए उन, सब वरतै आपे। वाहिगुरु जी का खालसा, वाहिगुरु जी की फतेह। जुगो जुग अटल। धन धन गुरु ग्रंथ साहिब जी, गुरु पातशाह जी दी अपरपार अजमत बख्शिश। शाम समय असी सत्संगत दे पल माण रहे हैं। आप गुरबाणी कीर्तन अजे हुणे सरवण कर रहे सी। हुण समा गुरु शब्द व्याख्या दा है। इस विच सूही की वार गुरु अमरदास साहब द्वारा उच्चारण की गई पावन बाणी ये सानू प्राप्त है। इस पावन रचना विचों 13 नंबर पौड़ी ते नाल लगदे श्लोक आप जी ने पाठ रूप विच सरवण कीते ने। 2 श्लोक जो गुरु नानक साहब दे उचरित कीते सीगे, दोनों दी विचार असी बीते विच कीती है।
ਅੱਜ ਪੌੜੀ ਦੀ ਵਿਵੇਚਨਾ ਹੋਏਗੀ। ਜੋ ਸੰਦੇਸ਼ ਸ਼ਲੋਕਾਂ ਵਿੱਚ ਆ ਰਿਹਾ ਸੀਗਾ, ਦੋਇ ਦੀਵੇ 14 ਹਟ ਨਾਲੇ, ਜੇਤੇ ਜੀਤੇ ਤੇ ਵਣਜਾਰੇ, ਜਾਂ ਰਾਤੀ ਹੋਵਣ ਕਾਲੀਆਂ ਸੁਪੇਦਾਂ ਸੇ ਵਨ, ਦੇਹ ਬੱਗਾ ਤਪੈ ਘਣਾ ਕਾਲਿਆਂ ਕਾਲੇ ਵਨ। ਗੁਰੂ ਮਹਾਰਾਜ ਨੇ ਬੜੇ ਗਹੀਰ ਪ੍ਰਤੀਕ ਪ੍ਰਯੋਗ ਕਰਦਿਆਂ ਹੋਇਆਂ, ਉਹਨਾਂ ਦਾ ਇਸਤੇਮਾਲ ਕਰਦਿਆਂ ਹੋਇਆਂ ਸਾਹਿਤਕ ਤੌਰ ਤੇ ਜੋ ਸੰਦੇਸ਼ ਅਲੰਕ੍ਰਿਤ ਭਾਵ ਵਿੱਚ ਸਾਡੇ ਤੱਕ ਪਹੁੰਚਾਇਆ ਹੈ, ਉਹ ਅਸੀਂ ਮਾਣਿਆ। ਇਹਦੇ ਵਿੱਚ ਜੋ ਬਾਤ ਕੀਤੀ ਜਾ ਰਹੀ ਸੀ ਕਿ ਸਾਰੀ ਕਾਇਨਾਤ ਨੂੰ ਧਿਆਨ ਨਾਲ ਦੇਖੋ, ਇਸ ਨੂੰ ਸਿਰਜਣਹਾਰੇ ਨੇ ਕਿਵੇਂ ਸਿਰਜਿਆ, ਕਿਵੇਂ ਸਾਰੀ ਲੀਲਾ ਚੱਲ ਰਹੀ ਹੈ। ਸਭ ਦੇ ਵਿੱਚ ਮਨੁੱਖ ਹੋਣ ਦੇ ਨਾਤੇ ਅਸੀਂ ਆਪਣੇ ਰੋਲ ਨੂੰ ਪਹਿਚਾਨ ਸਕੀਏ, ਇਸ ਕਿਸਮ ਦੀ ਬਾਤ ਸਾਰੀ ਇਹ ਆ ਰਹੀ ਸੀ। ਹੁਣ ਉਸ ਮਨੁੱਖ ਦੇ ਰੋਲ ਨੂੰ ਪਹਿਚਾਨਣ ਵਾਸਤੇ ਕਿਤੇ ਉਸ ਪੂਰੇ ਕਾਜ਼ਮੋ ਦੀ ਬਾਤ ਵੀ ਕੀਤੀ ਗਈ, ਫਿਰ ਇਹ ਵੀ ਬਾਤ ਕੀਤੀ ਗਈ ਕਿ ਮਦਰ ਨੇਚਰ ਦੇ ਲਾਅ ਦੇ ਵਿੱਚ ਕੋਈ ਸਟ੍ਰੇਟ ਫਾਰਵਰਡ ਲਾਈਨਸ, ਸਿੱਧੀਆਂ ਲਾਈਨਸ ਨਹੀਂ ਹੈਗੀਆਂ। ਇਹਨਾਂ ਦੇ ਵਿੱਚ ਬੜਾ ਦਵੰਦ ਵੀ ਹੈ ਤੇ ਬੜੀ, ਜਿਹਨੂੰ ਕਹਿੰਦੇ ਅਸੀਂ ਕੰਪਲੈਕਸਿਟੀ, ਬੜੀ ਰਹੱਸਤਾ ਵੀ ਹੈ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਿਵੇਂ ਅਸੀਂ ਬੀਤੇ ਕੱਲ ਬਚਨ ਵਿਚਾਰਿਆ, ਰਾਤੀ ਹੋਵਣ ਕਾਲੀਆਂ, ਵੀ ਰਾਤ ਸਾਰੀ ਕਾਲੀ ਹੋ ਜਾਂਦੀ ਹੈ, ਸਾਰਾ ਚਾਰ ਚੁਫੇਰੇ ਕਾਲਾਪਨ ਪਸਰ ਜਾਂਦਾ ਹੈ, ਪਰ ਇਹਦੇ ਬਾਵਜੂਦ ਵੀ ਜਿਹੜੀਆਂ ਚੀਜ਼ਾਂ ਚਿੱਟੀਆਂ ਨੇ ਉਹ ਰੰਗ ਨਹੀਂ ਵਟਾਉਂਦੀਆਂ, ਉਹ ਕਾਲਖ ਉਹਨਾਂ ਨੂੰ ਨਹੀਂ ਲੱਗਦੀ। ਵੀ ਇੱਕ ਕੈਸਾ ਲਾਅ ਹੈ ਮਦਰ ਨੇਚਰ ਦਾ, ਧਿਆਨ ਨਾਲ ਸਮਝਣ ਦੀ ਲੋੜ ਹੈ। ਕਿਸੇ ਚੀਜ਼ ਦੀ ਸੰਗਤ ਹੋਣ ਦੇ ਬਾਵਜੂਦ ਵੀ ਉਹਦਾ ਅਸਰ ਨਹੀਂ ਹੁੰਦਾ। ਉਹ ਚੰਗਾ ਵੀ ਹੋ ਸਕਦਾ ਹੈ, ਮਾੜਾ ਵੀ ਹੋ ਸਕਦਾ ਹੈ, ਇੱਕ ਡੀਪ ਲੈਵਲ ਦਾ ਲਾਅ ਵੀ ਕੰਮ ਕਰਦਾ ਹੈ। ਇਹ ਸਭ ਨੂੰ ਸਮਝਦਿਆਂ ਹੋਇਆਂ ਹੁਣ ਜਿਹੜੀ ਹਿਊਮਨ ਲਾਈਫ ਦਾ ਪਰਪਸ ਆ, ਗੁਰੂ ਮਹਾਰਾਜ ਉਸ ਪ੍ਰਯੋਜਨ ਦੇ ਪ੍ਰਤੀ, ਉਸ ਮਨੋਰਥ ਦੇ ਪ੍ਰਤੀ ਸਾਨੂੰ ਅਵੇਅਰ ਕਰਦੇ ਤੇ ਸਾਨੂੰ ਅੱਜ ਦਾ ਮੈਸੇਜ ਇੱਥੋਂ ਪ੍ਰਾਰੰਭ ਕਰ ਰਹੇ ਨੇ। ਕਾਇਆ ਕੋਟ ਰਚਾਇਆ ਹਰ ਸੱਚਾ ਆਪੇ। ਕੋਟ ਕਹਿੰਦੇ ਨੇ ਕਿਲੇ ਨੂੰ। ਇਹ ਜੋ ਕਾਇਆ, ਇਹ ਕੋਟ ਹੈ, ਕਿਲਾ ਹੈ, ਤੇ ਇਹਨੂੰ ਸੁਰਜੀਤ ਕੀਤਾ, ਸਿਰਜਿਆ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੈ। ਹੁਣ ਇਹ ਰੂਪ ਇਸ ਤਰ੍ਹਾਂ ਜਾਣੋ ਕਿ ਜੋ ਹਿਊਮਨ ਲਾਈਫ ਆ, ਇਟਸ ਪ੍ਰੀਸ਼ੀਅਸ। ਯਦੀ ਇਸ ਨੂੰ ਅਸੀਂ ਨਾ ਅਵੈਲੂਏਟ ਕਰ ਸਕਦੇ ਹਾਂ, ਨਾ ਇਹਦੀ ਕੀਮਤ ਪਾ ਸਕਦੇ ਹਾਂ, ਨਾ ਅਸੀਂ ਕਿਸੇ ਲੈਵਲ ਤੇ ਇਹਨੂੰ ਕਿਸੇ ਤਰੀਕੇ ਦਾ ਕੋਈ ਇਹ ਕਹਿ ਲਈਏ ਕਿ ਇਹਦਾ ਕੋਈ ਬਦਲ ਲੱਭ ਲਵਾਂਗੇ ਅਸੀਂ, ਕੋਈ ਇਹ ਕਹਿ ਲਈਏ ਕਿਸੇ ਤਰੀਕੇ ਨਾਲ ਇਹਨੂੰ ਸਬਸਟੀਟਿਊਟ ਕਰ ਸਕਦੇ ਹਾਂ। ਨੋ ਵੇ। ਮਹਾਰਾਜ ਕਹਿੰਦੇ ਆਪਣੀ ਐਗਜ਼ਾਮਪਲ ਆਪ ਹੀ ਆਪਣੇ ਆਪ ਵਿੱਚ ਬੜੀ ਕਮਾਲ ਦੀ ਚੀਜ਼ ਹੈ। ਤੇ ਇਸ ਕਾਇਆ ਮਤਲਬ ਜਿਹਨੂੰ ਅਸੀਂ ਫਿਜ਼ੀਕਲ ਬਾਡੀ ਦੇ ਰੂਪ ਵਿੱਚ ਕਹਿ ਰਹੇ ਹਾਂ, ਇਸ ਸਾਰੇ ਨੂੰ ਇੱਕ ਹੋਲ ਉਸ ਲਾਈਫ ਦੇ ਰੂਪ ਵਿੱਚ ਦੇਖਿਆ ਜਾਏ, ਜਿਹਦੇ 'ਚ ਸਭ ਕੁਝ ਚੱਲ ਰਿਹਾ ਹੈ। ਇਹਦੇ 'ਚ ਸਾਡੇ ਆ ਬਾਡੀ ਪਾਰਟਸ, ਔਰਗੈਨਸ, ਫਿਜ਼ੀਕਲ ਸਟਰਕਚਰ ਇਹ ਵੀ ਹੈ। ਇਹਦੇ ਪਿੱਛੇ ਇੱਕ ਪੂਰੇ ਦਾ ਪੂਰਾ ਓਸ਼ਨ, ਮਾਈਂਡ ਵਰਲਡ, ਜਿਹਨੂੰ ਮਨ ਦੀ ਦੁਨੀਆ ਕਹਿੰਦੇ, ਉਹ ਵੀ ਹੈ। ਫਿਰ ਉਹਦੇ ਹੋਰ ਪਿੱਛੇ ਚਲੇ ਜਾਈਏ ਤੇ ਸਪਿਰਿਟ, ਜਿਹਦੇ ਸਦਕਾ ਜੀਵਨ, ਜਿਹਨੂੰ ਤੁਸੀਂ ਸੋਲ ਕਹਿ ਲਈਏ, ਜਿਹਨੂੰ ਅਸੀਂ ਸਪਿਰਿਟ ਕਹਿ ਲਈਏ, ਜਿਸ ਨੂੰ ਅਸੀਂ ਇੱਕ ਬੜੇ ਡੀਪ ਅਨਕੌਂਸ਼ੀਅਸ ਲੈਵਲ ਦੀ ਇੱਕ ਐਨਰਜੀ ਕਹਿ ਲਈਏ, ਇਹ ਸਾਰਾ ਕੰਬੀਨੇਸ਼ਨ ਹੈ ਸਾਰੇ ਦਾ ਸਾਰਾ ਉਸ ਰੂਪ ਦੇ ਵਿੱਚ। ਤੇ ਮਹਾਰਾਜ ਬਿਆਨ ਕਰਦੇ, ਇਸ ਨੂੰ ਸਿਰਜਣਹਾਰ ਨੇ ਆਪ ਸਿਰਜਿਆ। ਇਹਦੇ ਬਾਬਤ ਬਾਣੀ 'ਚ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਮੈਂ ਜੋ ਦੋ ਚਾਰ ਧਿਆਨ ਤੱਕ ਕਿ ਸਾਨੂੰ ਸਮਝ ਆ ਸਕੇ ਕਿ ਇਹ ਸਾਹਿਬ ਮਹਾਰਾਜ ਬਿਆਨ ਕੀ ਕਰ ਰਹੇ ਨੇ। ਕਿਤੇ ਸ਼ਬਦ ਪੜ੍ਹਦੇ ਹਾਂ ਕਿ ਮੇਰੇ ਠਾਕੁਰ ਇਹ ਬਣਤ ਬਣਾਈ,
ਕਾਇਆ ਕੀ ਕੀਮਤ ਕਿਨੈ ਨਾ ਪਾਈ। ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ, ਗੁਰਮੁਖ ਖੋਜੈ ਵੇ ਪਰਵਾਹਾ। ਗੁਰਮੁਖ ਹੋਵੈ ਕਾਇਆ ਸੋਧੈ, ਆਪੈ ਆਪ ਮਿਲਾਏਂਦਾ। ਕਿਆ ਮੇਰੇ ਠਾकुर ਇਹ ਬਣਤ ਬਣਾਈ, ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ। ਕਿਆ ਬੰਤਰ ਬਣਾਈ ਰੱਬ ਜੀ ਨੇ। ਇਹ ਕਾਇਆ ਅਸੀਂ ਜੀ ਰਹੇ ਹਾਂ, ਹੰਡਾ ਰਹੇ ਹਾਂ, ਮਾਣ ਰਹੇ ਹਾਂ, ਪਰ ਇਹਨੂੰ ਅਸੀਂ ਖੁਦ ਹੀ ਇਹਦੀ ਵੈਲਿਊ ਨਹੀਂ ਸਮਝ ਪਾ ਰਹੇ। ਇਹ ਮਨੁੱਖੀ ਜੀਵਨ ਜਿਹੜਾ ਆ, ਇਹਨੂੰ ਨਿਹਾਰਦਿਆਂ, ਵਿਚਰਦਿਆਂ, ਜੀਵਦਿਆਂ ਹੋਇਆਂ ਵੀ ਅਸੀਂ ਇਹ ਤੋਂ ਬਿਲਕੁਲ ਨਾਵਾਕਿਫ ਹੈਗੇ ਹਾਂ। ਵੀ ਟੋਟਲੀ ਇਲਿਟਰੇਟ ਟੂਵਰਡ ਆਵਰ ਓਨ ਸੈਲਫ। ਕਿਆ ਇਹ ਰੱਬ ਜੀ ਨੇ ਬਣਤਰ ਹੀ ਇਹੋ ਜਿਹੀ ਬਣਾਈ ਹੈ। ਅੱਖਾਂ ਨੇ ਬਾਹਰ ਮੁਖੀ ਨੇ, ਬਾਹਰ ਦੀ ਦੁਨੀਆ ਵੇਖ ਰਹੀਆਂ ਨੇ, ਓਬਜ਼ਰਵ ਕਰ ਰਹੀਆਂ ਨੇ, ਸਭ ਕੁਝ ਹੋ ਰਿਹਾ ਹੈ। ਅੰਦਰ ਨਾ ਕੁਝ ਦਿਸਦਾ ਇਹਨਾਂ ਨੂੰ, ਨਾ ਕੁਝ ਭਾਸਦਾ, ਨਾ ਕੁਝ ਪਤਾ ਹੀ ਇਹਨਾਂ ਨੂੰ। ਉਹ ਸਾਡੇ ਫਿਜ਼ੀਕਲ ਆਰਗਨਸ ਵੀ ਹੋ ਸਕਦੇ ਨੇ, ਸਾਡਾ ਮਾਈਂਡ ਵੀ ਹੋ ਸਕਦਾ ਹੈ, ਸਾਡੀ ਥਾਟ ਪ੍ਰੋਸੈਸਿੰਗ ਵੀ ਹੋ ਸਕਦੀ ਹੈ। ਐਨੀ ਲੈਵਲ ਟੋਟਲੀ ਇਲਿਟਰੇਸ਼ਨ। ਕਿਆ ਕਮਾਲ ਦੀ ਚੀਜ਼ ਬਣਾਈ ਹੈ। ਦੇਖੋ, ਇਹ ਹੈ ਕਿ ਜੀਭਾ ਬਾਹਰ ਦੇ ਹਰ ਪਦਾਰਥ ਦਾ ਟੇਸਟ ਲੈ ਸਕਦੀ ਹੈ, ਲੈਂਦੀ ਹੈ। ਟੇਸਟ ਬਡਸ ਇਸ ਰੂਪ ਦੇ ਵਿੱਚ ਨੇ ਸਭ ਤਰੀਕੇ ਦੇ ਨਾਲ। ਪਰ ਜਿਵੇਂ ਹੀ ਕੋਈ ਚੀਜ਼ ਗਰਾਸ ਤੋਂ ਥੱਲੇ ਉਤਰਦੀ ਹੈ, ਬੋਡੀ ਦੇ ਵਿੱਚ ਕਿੰਨੇ ਤਰ੍ਹਾਂ ਦੇ ਕੈਮੀਕਲਸ ਬਦਲਦੇ ਚੱਲਦੇ, ਅੰਦਰ ਸਾਰਾ ਡਾਈਜੈਸਟਿਵ ਸਿਸਟਮ ਸਾਡਾ, ਸਾਰਾ ਮੈਟਾਬੋਲਿਜ਼ਮ, ਸਾਰਾ ਕੁਝ, ਉਹਦੇ ਨਾਲ ਕੋਈ ਵਾਕਫੀਅਤ ਨਹੀਂ ਹੈ ਇਹਦੀ। ਈਵਨ ਸਾਂਝ ਵੀ ਨਹੀਂ ਹੈ। ਅੱਜ ਦੀ ਦੁਨੀਆ 'ਚ ਕਿਹਾ ਜਾ ਰਿਹਾ ਹੈ, ਬੰਦੇ ਦਾ ਖਾਣ ਪਾਣ ਦਾ ਜਿਹੜਾ ਤਵਾਜ਼ਨ ਆ, ਉਹ ਬਿਲਕੁਲ ਇਨਬੈਲੈਂਸਡ ਆ। ਮੇਨ ਵੀ ਹੈਵ ਨੋ balance between our metabolism, digestive system, and even between our eating habits. There is no bridge. So that's why whatever we want to eat, our metabolism and our digestive system is reacting on that. No, I don't want it. But whatever our digestive system and our metabolism is asking, demanding, our own actually mouth is telling, no. I cannot actually bear it to put inside me or inside actually. I cannot chew it. ਅਜੀਬ ਤਰ੍ਹਾਂ ਦਾ ਡਾਇਲੇਮਾ ਬੰਦੇ ਦੇ ਵਿੱਚ, ਅਜੀਬ ਤਰ੍ਹਾਂ ਦੀ ਹਾਲਤ ਹੈ। ਇਹੀ ਹੈ ਕਾਇਆ ਦੀ ਕੀਮਤ, ਇਹੀ ਆਪਣੇ ਆਪ ਬਾਰੇ ਨਾ ਸਮਝੀ। ਇੱਕ ਅਜੀਬ ਦਸ਼ਾ 'ਚ ਬੰਦਾ ਜੀ ਰਿਹਾ ਹੈਗਾ। ਤੇ ਬੇਸਿਕ ਲੈਵਲ ਦੀਆਂ ਗੱਲਾਂ ਕਰ ਰਿਹਾ ਮੈਂ ਅੱਜ। ਆਪਾਂ ਹੋਰ ਡੀਪ ਲੈਵਲ ਤੇ ਆ ਜਾਈਏ। ਜੋ ਸਾਡਾ ਮਨ ਮੰਡਲ ਆ, ਇਹਦੇ ਬਾਬਤ ਕੁਝ ਸਟੱਡੀਜ਼ ਆਈਆਂ ਨੇ, ਜਿੱਥੇ ਬਹੁਤ ਸਾਰਾ ਇਸ ਬਾਬਤ ਆਉਣਾ ਬਾਕੀ ਹੈ, ਰਿਸਰਚ ਕੀਤੀ ਜਾ ਸਕਦੀ ਹੈ। ਅੱਜ ਆਪ ਦੇਖੋਗੇ ਕਿ ਬਹੁਤ ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਨੇ, ਖਾਸ ਕਰਕੇ ਉਹਨਾਂ ਦੇ ਸਲੀਪਿੰਗ ਪੈਟਰਨਸ ਦੇ ਵਿੱਚ, ਉਹਨਾਂ ਦੇ ਨੀਂਦ ਤੇ ਉਖੜ ਜਾਣ ਦੇ ਵਿੱਚ, ਸੁੱਤੇ ਪਿਆ ਨੂੰ ਚੀਕਾਂ ਮਾਰਨੀਆਂ, ਰੌਲਾ ਪਾਉਣਾ, ਹਨੇਰੇ ਤੋਂ ਡਰਨਾ, ਸੁੱਤੇ ਪਏ ਦੰਦ ਪੀਸੀ ਜਾਣੇ, those all things। ਇਹ ਸਾਰੀ ਦੁਨੀਆ ਕੀ ਹੈ ਐਕਚੁਅਲੀ? ਇਹ ਸਾਰਾ ਉਹਨਾਂ ਦਾ ਡ੍ਰੀਮ ਵਰਲਡ ਆ, ਸੁਪਨਿਆਂ ਦੀ ਦੁਨੀਆ ਉਹਨਾਂ ਦੀ। ਕਿਉਂਕਿ ਜਦੋਂ ਯੈਲ ਕਰ ਰਹੇ ਨੇ, ਰੋ ਰਹੇ ਨੇ, ਜਾਂ ਉੱਠ ਕੇ ਇੱਕਦਮ ਤਰਬਕਦੇ ਨੇ, ਜਾਂ ਦੰਦ ਪੀਂਦੇ ਨੇ, ਵਟ ਐਵਰ ਦੇ ਆਰ ਡੂਇੰਗ, ਬਾਹਰੋਂ ਤੇ ਕੁਛ ਵੀ ਨਹੀਂ ਹੋ ਰਿਹਾ, ਉਹਦੇ ਅੰਦਰ ਹੀ ਚੱਲ ਰਿਹਾ ਉਹਨਾਂ ਦਾ ਸਭ ਕੁਛ। ਇਹਦਾ ਕਨੈਕਸ਼ਨ ਕਿਹਦੇ ਨਾਲ ਤੁਸੀਂ ਰਿਲੇਟ ਕਰੋਗੇ? ਮੋਸਟਲੀ ਕਨੈਕਸ਼ਨ ਜਿਹੜਾ ਆ ਉਹ ਬਣੇਗਾ ਜਾ ਕੇ ਤੁਹਾਡੇ ਟੀਵੀ ਸ਼ੋਜ਼ ਦੇ ਨਾਲ, ਹੌਰਰ ਮੂਵੀਜ਼ ਦੇ ਨਾਲ, ਐਡਵੈਂਚਰਸ ਜਿਹੜੀਆਂ ਚੀਜ਼ਾਂ ਵੇਖਦੇ, ਇਹੋ ਜਿਹੀਆਂ ਚੀਜ਼ਾਂ ਦੇ ਨਾਲ। ਉਹਦਾ ਇੰਪੈਕਟ ਇਤਨਾ ਡੀਪ ਲੈਵਲ ਤੇ ਪੈਂਦਾ ਤੇ ਅੱਖਾਂ ਨੂੰ ਅਹਿਸਾਸ ਹੀ ਕੋਈ ਨਹੀਂ ਕਿ ਕੀ ਗਾਰਬੇਜ ਉਹ ਵੇਖ ਰਹੀਆਂ ਨੇ, ਕੀ ਗਾਰਬੇਜ ਉਹ ਅੰਦਰ ਲੈ ਕੇ ਜਾ ਰਹੀਆਂ ਨੇ। ਇਹਦੇ ਨਾਲ ਨੀਂਦ ਖਰਾਬ ਹੋ ਰਹੀ ਹੈ, ਇਹਦੇ ਨਾਲ ਜਿਹੜੀ ਹੈ ਸਾਰੀ ਲਾਈਫ ਜਿਹੜੀ ਉਹ ਡੈਮੇਜ ਹੋ ਜਾਏਗੀ। ਇਟਸ ਗੋਨਾ ਰੂਨਡ। ਬਟ ਕੋਈ ਆਪਸ ਵਿੱਚ ਕਨੈਕਸ਼ਨ ਹੀ ਕੋਈ ਨਹੀਂ ਹੈਗਾ। ਜਿਹੜੀ ਚੀਜ਼ ਨਹੀਂ ਚਾਹੀਦੀ ਅੱਖਾਂ ਹੁਣ ਵੇਖ ਰਹੀਆਂ ਨੇ, ਬੜਾ ਟੇਸਟ ਲੈ ਰਹੀਆਂ ਨੇ, ਅੰਦਰ ਅੰਦਰ ਬਹੁਤ ਡਿਸਟਰਬ ਹੈ, ਉਹਦੇ ਨਾਲ ਬੜੀ ਡਿਸਟਰੈਕਸ਼ਨ ਹੈ। ਖਾਸ ਕਰਕੇ ਜਦੋਂ ਹੈਲੋਵੀਨ ਦਾ ਟਾਈਮ ਆਉਂਦਾ ਹੈ
तो बड़ा बच्चे कहते हैं बड़ी स्पूकी चीज़ आ, बड़ा इस तरीके नाल है एंड इट्स वेरी काइंड ऑफ वो सारे एक दूजे नाल देखा देखी उस चीज़ां चले जाते। नॉर्थ अमेरिकन कल्चर तो वेख्या गया है उस समय दे विच बच्चे को डर डिवेलप कर लेंदे ने, zombies, ghost, zini and all these things, and we are all aware about it. That is just imagination, nothing else. These things never exist in our real world. पर सोच के देखो तुसी, ये मन्निया भी जाता है कि जिहड़ी चीज़ मूवीज़ दे विच सिनेमे दे विच स्क्रीन ते एग्जिस्ट करती है वो बाहर एग्जिस्ट करे ना करे ह्यूमन माइंड जरूर एग्जिस्ट करती है। ये पक्की गल है। स्टार वार्स, यू नो, can anybody imagine that these kind of things can happen in this world at any level? No way. किन्ने दर्जन सालों तो यहो चीज़ां चल रही हैं। People are buying it, people are watching it, people are investing in it. All these things. इहदा असर असरार ह्यूमन माइंड विच किहो जिहा जा रहा है। इस तरीके दे नाल जे आपां देखिए ना कि असीं अपने तुसीं देखो छोटी जी फैमिली लाइफ बंदे तो नहीं संभल रही। फैमिली लाइफ नूं ते एक पासे छड्डो, बंदे तो ते अपना ही रहना सहना नहीं संभल पा रहा। लाइफ अनडिसिप्लिनड आ। मैं जो हुणे बेनती की खाण पाण का तवाजन विगड़िया आ, सौण का रहन सहन का तवाजन विगड़िया आ। बंदा खुद अपने आदतों तो आप सैटिस्फाइड नहीं हैगा। आप उन्होंने पता है कि देयर आर सो मैनी इश्यूज आई हैव टू वर्क ऑन इट। पता साड़ी चर्चा कादी हुंदी है? मार्स ते ही साड़ी चर्चा होंगी। यस, ह्यूमन आर गोइंग टू लिव ऑन मून। हद हो गई कि जिवें वो अकबर इलाहाबादी शायद हो, उसने बड़ा सुंदर शेर लिखा सीगा। वो कहता है कि ढूंढती फिरती है दुनिया आसमानी बाप को, उसने खुदा समझा है बल्ख को और भाप को। बल्ख कहते ने बिजली नूं ते भाप जदों जिहड़ा स्टीम इंजन डिवेलप हो गया। यूरोप ने सोचा भी गल ही कुछ नहीं है, आपां हुण ते आपां बस विनर ही जेतू ही हांगे। स्पीड ही इन्नी आ गई, समुंदर दीयां लहरां ते बेड़े चढ़े ते बेड़े जांदियां देर थोड़ा लाउंदे ने। हद हो गई उन्होंने। क्या हुणे सारी दुनिया इन्वेड कर देंगे? सब कुछ करता उन्होंने। उन्हें क्या कि उन्होंने लई ते मतलब इलैक्ट्रिसिटी दी जिहड़ी है ये सब तो वड्डी गेम चेंजर सीगी, क्योंकि दिन रात जिहड़ी दिन विच बदल गई। दीवा जिड्डा मर्जी वड्डा होए आखिरकार उहदी लिमिट सीगी, पर इहदी लिमिट कोई नहीं हैगी। ये तो हुण बिल्कुल इत्थे पता ही नहीं, लोग क्लॉक के अकॉर्डिंगली चलदे, ना रात ना दिन, शिफ्टां वर्क सब कुछ। ये बल्ख ने किया सारा कुछ। वो कहते ढूंढती फिरती है दुनिया आसमानी बाप को, उसने खुदा समझा है बल्ख को और भाप को। कहता है एक दिन गिर जाएगी बल्ख ये और उड़ जाएगी भाप, अकबर बचा के रखना जरा अपने आप को। चेते रखी बल्ख ते भाप, यदि सारी जड़ी इन्वेंशन कही गई है, सारी डिस्कवरी कही गई, अल्टीमेटली इन्हें जिस किस्म की डिस्ट्रैक्शन क्रिएट करनी है। अज आप देखते हैं नेचर रिसोर्सिस की गल हो रही है, नैचुरोपैथी की गल हो रही है, नेचर क्यूरिंग सिस्टम की गल हो रही है। रीसेंटली स्टडी आ रही है क्या वायरिंग वगैरह जिन्नी ज़्यादा साढ़े दिमाग के नेड़े होंगी है, तारां वगैरह, ये इतनी डिस्ट्रैक्शन क्रिएट कर रही ने ह्यूमन माइंड दे विच कि पुछो कुछ ना। इस तो बाद होर अगे तो अगे चीज़ां। तो वो कह रहा कि भले बंदे ठीक है, रहन सहन की थोड़ी बहुत तब्दीली हो गई, सब चीज़ां हो गई, पर चेते रख ये आसमां की ख्वाहिशें रखने वाले, ये जमीन भी हाथ से जाती रहेगी। तू सोचता मैं आसमानी दुनिया जित लेनी है सारी, एक दिन ऐसा ना हो जमीन भी ना रहे तेरे को। धरती ते पैर रख, असल अपने इशूज नो इशू समझ। अज इशू ह्यूमन बिहेवियर है, अज इशू ह्यूमन डिसिप्लिन है,
ਅੱਜ ਇਸ਼ੂ ਹਿਊਮਨ ਵੈਲਿਊਜ਼ ਨੂੰ ਟੋਟਲੀ ਵਸਾਰ ਦੇਣਾ ਆ, ਟੋਟਲੀ ਉਹਨਾਂ ਦੇ ਬਾਬਤ ਅਨਅਵੇਅਰ ਹੋ ਜਾਣਾ ਆ। ਇਹਦੇ ਉੱਤੇ ਧਿਆਨ ਦੇ। ਇਹ ਹੈ ਇਸ ਕਾਇਆ ਦੀ, ਇਸ ਜੀਵਨ ਦੀ ਕੀਮਤ ਪਾਉਣੀ। ਅਦਰਵਾਈਜ਼ ਬਾਕੀ ਸਭ ਕਾਸੇ ਦਾ ਤੂੰ ਜਾਣਕਾਰ ਹੋ ਜਾਏਗਾ, ਤੂੰ ਅਵੈਲੂਏਟ ਕਰ ਲੇਗਾ, ਤੂੰ ਬੜਾ ਕੁਝ ਖੋਜ ਲੇਗਾ, ਤੈਨੂੰ ਖੁਦ ਨੂੰ ਨਹੀਂ ਪਤਾ ਲੱਗੇਗਾ ਤੇਰੀ ਆਪਣੀ ਲਾਈਫ ਇੱਕ ਮਿਜ਼ਰੀ ਬਣ ਚੁੱਕੀ ਹੈ। ਚੀਜ਼ਾਂ ਤੇ ਛੋਟੀਆਂ ਛੋਟੀਆਂ ਜੋ ਮਿਹਨਤੀ ਕੀਤੀ, ਇੰਬੈਲੈਂਸਡ ਲਾਈਫ ਹੋ ਚੁੱਕੀ ਹੈ। ਅੱਖਾਂ ਵੇਖ ਰਹੀਆਂ ਨੇ, ਮਾਈਂਡ ਉਹਨੂੰ ਪ੍ਰੋਸੈਸ ਨਹੀਂ ਕਰ ਪਾ ਰਿਹਾ। ਮਾਈਂਡ ਇੱਕ ਹੋਰ ਰੰਗ ਦੇਖੋ, ਜਿਹਨੂੰ ਅਸੀਂ ਮੈਂਟਲ ਹੈਲਥ ਇਸ਼ੂਜ਼ ਕਹਿੰਦੇ ਨਾ, ਜਿਹਨੂੰ ਲੋਕੀ ਕਈ ਵਾਰ ਕਹਿੰਦੇ ਨੇ ਕਿ ਇਹਨੂੰ ਸਾਈਕੋਸਿਸ ਡਿਸਆਰਡਰਸ ਹੋ ਗਏ ਨੇ। ਯੂ ਨੋ ਦੈਟ ਪੀਪਲ ਯੂਜ਼ ਥੀਸ ਕਾਈਂਡ ਆਫ ਟੈਕਨੋਲੋਜੀਜ਼। ਇਹ ਬੰਦਾ ਸਾਈਕੋ ਹੋ ਗਿਆ ਹੈਗਾ। ਐਕਚੁਅਲ ਲੈਵਲ 'ਤੇ ਇਹ ਮਾਈਂਡ ਦਾ ਇੱਕੋ ਲੈਵਲ ਹੁੰਦਾ ਜਿੱਥੇ ਉਹ ਆਪਣੇ ਆਪ ਨੂੰ ਸਰਵਾਈਵਲ ਵਿੱਚ ਲੈ ਕੇ ਜਾਂਦਾ ਹੈ। ਉਹ ਕਿਸੇ ਵੀ ਚੀਜ਼ ਨੂੰ ਹੁਣ ਆਪਣੇ ਅੰਦਰ ਪ੍ਰੋਸੈਸ ਨਹੀਂ ਕਰਨ ਦਿੰਦਾ। ਜਦੋਂ ਪ੍ਰੋਸੈਸ ਨਹੀਂ ਕਰਨ ਦਿੰਦਾ, ਫਿਰ ਨਾ ਰੈਸ਼ਨਲ ਚੀਜ਼ਾਂ ਸਮਝ ਆਉਂਦੀਆਂ, ਨਾ ਲੌਜੀਕਲ ਚੀਜ਼ਾਂ ਸਮਝ ਆਉਂਦੀਆਂ, ਨਾ ਰਿਐਲਿਟੀ ਸਮਝ ਆਉਂਦੀ। ਫਿਰ ਉਹ ਸੱਜੇ ਦੀਆਂ ਖੱਬੇ ਦੀਆਂ, ਸੱਜੇ ਇੱਧਰ ਉੱਧਰ ਦੀਆਂ ਸਾਰੀਆਂ ਗੱਲਾਂ ਕਰੀ ਜਾਂਦਾ ਬੰਦਾ। ਲੋਕੀ ਕਹਿੰਦੇ ਪਾਗਲ ਹੋ ਗਿਆ, ਕਿਵੇਂ ਅਟੋਲੀਆਂ ਪਟਲੀਆਂ ਮਾਰੀ ਜਾਂਦਾ ਹੈ। ਅਸਲ 'ਚ ਮਾਈਂਡ ਦਾ ਇੱਕ ਸਰਵਾਈਵਲ ਮੂਡ ਹੈ। ਉਹ ਕਹਿੰਦਾ ਵੀ ਮੈਂ ਇੰਨਾ ਵਜਨ ਨਹੀਂ ਚੱਕ ਸਕਦਾ। ਨਾ 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 ਨਾ, ਆਈ ਕੈਨ ਨੋਟ allow to rational mind to come inside me and play some sort of role where I am getting more misery. No, 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 no. Forget about it. ਆਵਲਾ ਬਾਵਲਾ ਹੋ ਜਾਣਾ, ਇਹ ਚੀਜ਼ਾਂ ਆ ਜਾਂਦੀਆਂ ਬੰਦੇ ਦੇ ਵਿੱਚ। ਉਹ ਸਭ ਦਾ ਕਨੈਕਸ਼ਨ ਜਿਹੜਾ ਆ ਦੋ ਹੀ ਚੀਜ਼ਾਂ ਨਾਲ ਹੈ, ਸਾਡੀਆਂ ਅੱਖਾਂ ਨਾਲ, ਸਾਡੇ ਕੰਨਾਂ ਨਾਲ। ਜੋ ਚੀਜ਼ਾਂ ਅਸੀਂ ਲਗਾਤਾਰ ਕੰਨਾਂ 'ਚ ਪਾ ਰਹੇ ਹਾਂ, ਉਹ ਅਸੀਂ ਤੇ ਕਿਹਾ ਇਹ ਕੰਨਾਂ 'ਚ ਪਈਆਂ ਤੇ ਗਈਆਂ। ਐਕਚੁਅਲੀ ਮਾਈਂਡ ਉਹ ਪ੍ਰੋਸੈਸ ਕਰੀ ਗਿਆ। ਕਿੰਨੀ ਦੇਰ ਕਰੇਗਾ? ਜਿਵੇਂ ਆਪ ਨੇ ਕੋਈ ਚੀਜ਼, ਫੂਡ ਲੱਗਾ ਅੱਖਾਂ ਨੂੰ ਚੰਗਾ, ਫੂਡ ਲੱਗਾ ਟੇਸਟ ਬਡਜ਼ ਨੂੰ ਚੰਗਾ, ਚੱਕ ਕੇ ਪਾ ਲਿਆ ਮੂੰਹ 'ਚ, ਖਾ ਲਿਆ। ਖਾ ਕੇ ਸਾਨੂੰ ਤੇ ਲੱਗਾ ਵੀ ਬਸ ਇਨਵਿਜ਼ੀਬਲ ਹੋ ਗਿਆ, ਇਟਸ ਗੋਨ। ਉਹ ਗੋਨ ਕਿੱਥੇ ਭਾਈ? ਉਹ ਤੇ ਤੇਰੇ ਡਾਈਜੈਸਟਿਵ ਸਿਸਟਮ ਨੇ ਸਿੱਝਣਾ ਉਹਦੇ ਨਾਲ, ਪਤਾ ਨਹੀਂ ਕਈ ਘੰਟੇ। ਫਿਰ ਇਕੱਲਾ ਇਹ ਨਹੀਂ, ਉਸ ਤੋਂ ਬਾਅਦ ਲਗਾਤਾਰ ਕਈ ਦਿਨ ਤੱਕ, ਕਿਉਂਕਿ ਉਹਦੇ ਜਿਹੜੇ ਕੈਮੀਕਲਸ ਨੇ, ਜਿਹੜੀਆਂ ਚੀਜ਼ਾਂ ਆਈਆਂ ਨੇ, ਉਹਨਾਂ ਨੂੰ ਕਿਵੇਂ ਕਲੀਨ ਕਰੇਗਾ, ਕਿਵੇਂ ਉਹਨਾਂ ਤੋਂ ਜਿਹੜਾ ਹੈ ਤੇਰੀ ਬਾਡੀ ਨੂੰ ਬਚਾਏਗਾ, ਉਹ ਤੇ ਵਲੰਮਾ ਚੌੜਾ ਉਹਦੇ ਲਈ ਜੋਬ ਵਧਾ ਦੀ ਤੋਂ ਨਹੀਂ ਜ਼ਿਆਦਾ। ਤੁਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਦੇਖੋ। ਇਹ ਤੇ ਹੈ ਵਿਜ਼ੀਬਲ ਸਾਈਡ ਤੇ, ਅਸੀਂ ਇਹਨੂੰ ਦੇਖ ਸਕਦੇ ਹਾਂ। ਅਸੀਂ ਇਹਦੀ ਜੇ ਜੋ ਬਹੁਤ ਜ਼ਿਆਦਾ ਟੌਕਸਿਕਸ ਚਲੇ ਜਾਣ, ਬਹੁਤ ਜ਼ਿਆਦਾ ਕੋਈ ਫੈਟ ਚਲੀ ਜਾਏ, ਕੈਮੀਕਲ ਚਲੇ ਜਾਣ, ਅਸੀਂ ਇਹਨੂੰ ਹੌਸਪੀਟਲਾਈਜ਼ ਕਰਕੇ ਅਸੀਂ ਡੀਟੌਕਸੀਫਿਕੇਸ਼ਨ ਕਰਾ ਸਕਦੇ ਹਾਂ। ਮਾਈਂਡ ਦੀ ਤਾਂ ਨਹੀਂ ਹੁੰਦੀ। ਮਾਈਂਡ ਦੀ ਤਾਂ ਕੋਈ ਡੀਟੌਕਸੀਫਿਕੇਸ਼ਨ ਨਹੀਂ ਹੈ। ਕੋਈ ਇਸ ਤਰੀਕੇ ਨਾਲ ਤੁਸੀਂ ਕਲੀਨਜਿੰਗ ਨਹੀਂ ਕਰਾ ਸਕਦੇ ਕਿਤੇ ਜਾ ਕੇ। ਫਿਰ ਕੀ ਕਰੋਗੇ? ਫਿਰ ਅਲਟੀਮੇਟਲੀ ਉਹ ਗਾਰਬੇਜ ਇਕੱਠਾ ਹੁੰਦਾ ਜਾਏਗਾ। ਆਖਰਕਾਰ ਮੈਂ ਉਸ ਦਿਨ ਬੇਨਤੀ ਸ਼ਤ ਕੀਤੀ ਹੋਈ, ਇੱਕ ਦਿਨ ਯਾਦ ਪੈਂਦਾ ਡਾਕਟਰ ਗੈਬਰ ਦੀ। ਉਹ ਕਿਤੇ ਇੱਧਰ ਸੀਗਾ ਸਾਊਥ ਅਮਰੀਕਾ ਵਿੱਚ, ਅਤੇ ਉਹ ਇੱਕ ਉੱਥੇ ਹੋਲਿਸਟਿਕ ਹੀਲਿੰਗ ਪ੍ਰੋਗਰਾਮ ਵਿੱਚ ਚਲਾ ਗਿਆ। ਅਤੇ ਉੱਥੇ ਉਹਨਾਂ ਦਾ ਨੇਟਿਵ ਕੁਝ ਆਪਣਾ ਪ੍ਰੋਗਰਾਮ ਸੀਗਾ। ਉਹਦੇ ਵਿੱਚ ਉਹ ਇਹੋ ਜਿਹੇ ਹੈਲਥ ਕੇਅਰ ਵਰਕਰਸ ਨੂੰ ਬੁਲਾਉਂਦੇ ਅਤੇ ਉਹਨਾਂ ਨੂੰ ਕਹਿੰਦੇ ਕਿ ਸਾਡੀ ਹੈਲਪ ਕਰੋ। ਸਾਡੇ ਇੱਥੋਂ ਦੇ ਜਿਹੜੇ ਲੋਕਲ ਹੀਲਰਸ ਨੇ, ਉਹਨਾਂ ਨੂੰ ਹੈਲਦੀ ਰਹਿਣ ਵਾਸਤੇ। ਜਦੋਂ ਉੱਥੇ ਥੋੜ੍ਹਾ ਸਮਾਂ ਉਹ ਪ੍ਰੋਗਰਾਮ ਵਿੱਚ ਪਾਰਟੀਸਪੇਟ ਕੀਤਾ, ਅਤੇ ਉਹਨਾਂ ਨੇ ਇੰਨੇ ਵਰਲਡ ਰਿਨਾਊਂਡ ਡਾਕਟਰ ਗੈਬਰ ਨੂੰ ਫਾਇਰ ਕਰਤਾ ਵੀ ਤੂੰ ਨਿਕਲ ਇੱਥੋਂ, ਯੂ ਕੈਨ ਨੋਟ ਪਲੇ ਇਨ ਆਵਰ ਗਰੁੱਪਸ ਐਟ ਆਲ ਐਜ਼ ਏ ਸਕਾਲਰ, ਐਜ਼ ਏ ਟੀਚਰ। ਉਹ ਕਹਿੰਦਾ ਹੱਦ ਹੋ ਗਈ, ਮੈਨੂੰ ਲੋਕ ਸੁਣਨ ਵਾਸਤੇ ਇੰਨੇ ਪੈਸੇ ਪੇ ਕਰਦੇ, ਮੇਰੇ ਵਾਸਤੇ ਤਾਂ ਤੁਸੀਂ ਮੈਨੂੰ ਫਾਇਰ ਕਰ ਰਹੇ ਹੋ। ਮੈਂ ਫ੍ਰੀ ਆਫ ਕਾਸਟ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਨ ਲੱਗਾ। ਡੈਫੀਨਿਟਲੀ ਕੋਈ ਵੱਡੀ ਗੱਲ ਹੈ। ਉਹ ਕਹਿੰਦਾ ਚਲੋ ਠੀਕ ਹੈ, ਮੈਨੂੰ ਤੁਸੀਂ ਐਜ਼ ਏ ਪ੍ਰੈਕਟੀਸ਼ਨਰ ਦੇ ਤੌਰ 'ਤੇ ਪ੍ਰੈਕਟਿਸ ਤਾਂ ਨਹੀਂ ਕਰਨ ਦੇ ਰਹੇ। ਤੁਸੀਂ ਕਹਿੰਦੇ ਹੋ ਕਿ ਤੂੰ ਸਾਨੂੰ ਉਸ ਤਰੀਕੇ ਨਾਲ ਸਰਵ ਨਹੀਂ ਕਰ ਸਕਦਾ। ਐਜ਼ ਏ ਪਾਰਟੀਸਪੈਂਟ 'ਤੇ ਮੈਨੂੰ ਪਾਰਟੀਸਪੇਸ਼ਨ ਕਰਨ ਦਿਓ, ਮੇਰੀ ਹੈਲਪ ਕਰੋ। ਉਹਨਾਂ ਕਿਹਾ ਠੀਕ ਹੈ ਆ ਜਾਓ। ਜਦੋਂ ਆਇਆ ਤਾਂ ਗੱਲਬਾਤ ਹੋਈ, ਅਤੇ ਉਹ ਕਹਿੰਦੇ ਵੀ ਹੱਦ ਹੋ ਗਈ, ਤੂੰ ਤਾਂ ਕਹਿੰਦਾ ਇੰਨਾ ਵੱਡਾ ਬੈਗ ਚੱਕੀ ਫਿਰਦਾ, ਤੇਰਾ ਤੇ ਮਾਈਂਡ ਕਦੀ ਜਿਹੜਾ ਆ ਕਲੀਨ ਹੀ ਨਹੀਂ ਹੋਇਆ।
ਲੋਕਾਂ ਦੀਆਂ ਸਟੋਰੀ ਸੁਣੀਆਂ, ਆਲੇ ਦੁਆਲੇ ਦੀਆਂ ਸੁਣੀਆਂ, ਆਪਣੀਆਂ ਸੁਣੀਆਂ, ਆਪਣੀ ਕੋਈ ਨਾ ਡਰ ਖੌਫ, ਇੰਨੀਆਂ ਖਤਾਵਾਂ, ਇੰਨੇ ਕਿਸਮ ਦੇ ਵੱਖਰੇ ਵੱਖਰੇ ਰਿਗਰੈਟ, ਇੰਨੇ ਕਿਸਮ ਲੋਕਾਂ ਦੇ ਪ੍ਰਤੀ ਈਰਖਾ ਦੁਆਖ, ਸਾਰਾ ਮਾਈਂਡ 'ਚ ਭਰ ਕੇ ਉਹ ਸਾਰਾ ਕੁਝ ਬੈਗ ਲਈ ਫਿਰਦਾ, ਵਿਹਲਾ ਤੇ ਕਰ, ਇਹਨੂੰ ਖਾਲੀ ਤੇ ਕਰ। ਸੱਚਾਈ ਇਹ ਹੈ ਬੰਦਾ ਅੰਦਰੋਂ ਭਾਰੀ ਇੰਨਾ ਗਿਆ ਨਕਾ ਨਕ। ਇਹ ਪਾਠ ਕਰਦਾ ਹੈ, ਪਾਠ ਵੀ ਉੱਤੇ ਘੜੇ ਦੇ ਉੱਤੇ ਡੁੱਲੀ ਜਾਂਦਾ ਹੈ ਤੇ ਘੜੇ 'ਚ ਪੈ ਹੀ ਕੁਛ ਨਹੀਂ ਰਿਹਾ। ਥੋੜ੍ਹਾ ਬਹੁਤਾ ਕਿਤੇ ਰੰਗ ਭਾਵੇਂ ਮਾੜਾ ਮੋਟਾ ਬਦਲ ਜੇ, ਅਦਰਵਾਈਜ਼ ਘੜੇ 'ਚ ਪਏ ਤਾਂ ਜੇ ਖਾਲੀ ਹੋਏ ਤੇ ਮਾਇੰਡ ਤੇ ਸਾਰਾ ਹੀ ਭਰਿਆ ਪਿਆ ਡਰ ਨਾਲ, ਈਰਖਾ ਦੁਆਖ, ਤ੍ਰਿਸ਼ਨਾ, ਦੁਨੀਆ ਭਰ ਦਾ ਊੜ ਕਬਾੜ ਇਹਦੇ ਵਿੱਚ ਸਾਰਾ। ਹੁਣ ਇਹ ਕਿੱਥੋਂ 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 ਇਹਦੇ ਅੰਦਰ ਕੁਛ ਆ ਜਾਏਗਾ। ਸਾਹਿਬ ਬਿਆਨ ਕਰਦੇ ਇਹ ਕੁਦਰਤ ਨੇ ਕੈਸੀ ਬੰਤਰ ਬਣਾਈ ਹੈ, ਸਾਨੂੰ ਕੁਝ ਵੀ ਨਹੀਂ ਦਿਸ ਰਿਹਾ। ਸਾਨੂੰ ਬਾਹਰ ਦੀ ਦੁਨੀਆ ਸਾਰੀ ਦਿਸਦੀ, ਅੰਦਰ ਦੀ ਦੁਨੀਆ ਕੁਝ ਵੀ ਨਹੀਂ ਦਿਸਦੀ। ਇਹ ਵੀ ਅਹਿਸਾਸ ਕਰੋ। ਆਪਨੇ ਕਦੀ ਬੱਚਿਆਂ ਨੂੰ ਦੇਖਿਆ ਹੋਏ? ਛੋਟਾ ਜਿਹਾ ਇੱਕ ਬਾਤ ਆਈ ਕਰ ਦੇਵਾਂ। ਬੱਚਿਆਂ ਦੇ ਨਾਲ ਸਾਡੀ ਰਿਲੇਸ਼ਨਸ਼ਿਪ ਖਰਾਬ ਹੋ ਜਾਂਦੀ ਹੈ, ਖਾਸ ਕਰਕੇ ਛੋਟੀ ਉਮਰੇ, ਕਿਉਂਕਿ ਅਸੀਂ ਡਿਸਿਪਲਿਨ ਕਰਨਾ ਚਾਹੁੰਦੇ ਹਾਂ, ਡਿਸਿਪਲਿਨ ਲਾਈਕ ਨਹੀਂ ਕਰਦੇ, ਮਸਲਾ ਖੜਾ ਹੋ ਜਾਂਦਾ। ਆਪ ਦੇਖੋ ਕਿ ਬੱਚੇ ਦੇ ਨਾਲ ਆਰਗੂਮੈਂਟ ਕਰਨਾ ਆ, ਕਿਉਂਕਿ ਬੱਚੇ ਆਰਗੂਮੈਂਟੇਟਿਵ ਹੁੰਦੇ ਨੇ ਥੋੜ੍ਹੇ, ਉਹ ਤੁਹਾਡੀ ਗੱਲ ਨਹੀਂ ਸੁਣਨਾ ਚਾਹੁੰਦੇ, ਕਿਉਂਕਿ ਉਹਨਾਂ ਕੋਲ ਜਿਵੇਂ ਜ਼ਬਾਨ ਹੁੰਦੀ ਉਹ ਬੋਲਦੇ ਨੇ। ਉਹ ਕਹਿੰਦੇ ਨੇ, ਮਾਪੇ ਕਹਿੰਦੇ ਅੱਧੋ ਅੱਗੋਂ ਬੋਲ ਦੇਣ ਤੋਂ, ਆਰ ਯੂ ਡੂਇੰਗ ਬੈਕ ਟਾਕ, ਆਈ ਕੈਨ ਨਾਟ ਟੋਲਰੇਟ ਇਟ, ਹਾਊ ਕੈਨ ਯੂ ਡੂ ਦੈਟ। ਇਹ ਛੋਟਾ ਜਿਹਾ ਮੇਰੇ ਹੱਥਾਂ 'ਚ ਮੇਰਾ ਪੈਦਾ ਕੀਤਾ ਹੋਇਆ ਬੱਚਾ ਮੈਨੂੰ ਘੂਰਦਾ, ਮੈਨੂੰ ਇਸ ਤਰ੍ਹਾਂ ਕਹਿੰਦਾ, ਮੈਂ ਤੈਨੂੰ ਮਤ ਸਿਖਾ ਦਿਆਂਗਾ। ਕੁਝ ਬੇਸਿਕ ਕੰਮ ਕਰ ਲਓ ਉਸ ਤੋਂ ਪਹਿਲਾਂ ਕਿ ਤੁਹਾਡੀ ਈਗੋ ਇੰਨੀ ਹਾਇਰ ਲੈਵਲ 'ਤੇ ਆ ਜਾਏ ਕਿ ਮੈਂ ਹੁਣ ਇਹਨੂੰ ਬੰਦਾ ਬਣਾ ਦੇਣਾ। ਇੰਨਾ ਕੰਮ ਕਰ ਲਓ, ਸੋਚੋ ਦੋ ਪਲ ਲਈ ਪਿੱਛੇ ਕਦਮ ਬੈਕਵਰਡ ਵਾਕ ਕਰਕੇ। ਇਸ ਨੇ ਫੂਡ ਕੀ ਖਾਧਾ ਅੱਜ, ਕਦੋਂ ਖਾਧਾ ਸੀਗਾ? ਸਪੋਜ਼ ਕਰੋ ਨੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਸ਼ੂਗਰੀ ਸੀਰੀਅਲ ਦਾ ਇੱਕ ਛੋਟਾ ਜਿਹਾ ਬॉल, ਜਿਹੜਾ ਛੋਟੀ ਜਿਹੀ ਕੌਲੀ ਖਾਧੀ ਹੈ, ਤੇ ਹੁਣ ਵੱਜ ਗਏ ਨੇ 12 ਤੇ ਅਜੇ ਤੱਕ ਉਹਨੇ ਕੋਈ ਪ੍ਰੋਪਰ ਫੂਡ ਇਨਟੇਕ ਕੀਤਾ ਨਹੀਂ। ਉਹਦੇ ਅੰਦਰ ਤੇ ਜਿਹੜਾ ਹੈਗਾ ਇੱਕਦਮ, ਉਹਨੂੰ ਕਹਿ ਲਓ ਕਿ ਗਲੂਕੋਜ਼ ਜਿਹੜਾ ਹੈਗਾ ਉਹ ਬਹੁਤ ਲੋਅਰ ਲੈਵਲ ਤੇ ਆ ਗਿਆ। ਹੁਣ ਉਹਦਾ ਮਾਈਂਡ ਤੇ ਕੰਮ ਹੀ ਨਹੀਂ ਕਰ ਰਿਹਾ। ਤੇ ਸੱਚਾਈ ਇਹ ਹੈ ਉਹਦੇ ਆਪਣੇ ਮੈਟਾਬੋਲਿਜ਼ਮ ਦਾ, ਉਹਦੇ ਆਪਣੇ ਬ੍ਰੇਨ ਨਾਲ ਰਿਲੇਸ਼ਨਸ਼ਿਪ ਪ੍ਰੋਪਰ ਨਹੀਂ ਹੈਗੀ। ਉਹਨੂੰ ਖੁਦ ਨੂੰ ਨਹੀਂ ਪਤਾ ਮੈਨੂੰ ਭੁੱਖ ਲੱਗੀ ਹੈ। ਜਦੋਂ ਇਹ ਹਾਲਤ ਆ, ਤੇ ਇਸ ਹਾਲਤ ਦੇ ਵਿੱਚ ਸਾਡਾ ਰੋਲ ਐਜ਼ ਏ ਪ੍ਰਾਇਮਰੀ ਕੇਅਰ ਟੇਕਰ ਇਹ ਹੋਣਾ ਚਾਹੀਦਾ ਹੈ, ਉਹਨੂੰ ਪ੍ਰੋਪਰਲੀ ਪਹਿਲਾਂ ਫੀਡ ਕੀਤਾ ਜਾਏ, ਉਹਦਾ ਢਿੱਡ ਭਰਿਆ ਜਾਏ, ਉਹਨੂੰ ਰੋਟੀ ਦਿੱਤੀ ਜਾਏ ਖਾਣ ਵਾਸਤੇ, ਉਹ ਖਾ ਲਵੇ, ਉਹ ਪੇਟ ਭਰ ਜਾਵੇ। ਉਸ ਤੋਂ ਬਾਅਦ ਜੋ ਉਹਦਾ ਬ੍ਰੇਨ ਪ੍ਰੋਪਰ ਵਰਕ ਕਰੇ, ਫਿਰ ਗੱਲ ਕੀਤੀ ਜਾਵੇ ਉਹਦੇ ਨਾਲ। ਛੋਟੀਆਂ ਛੋਟੀਆਂ ਚੀਜ਼ਾਂ ਨੇ, ਬਹੁਤ ਵੱਡਾ ਉਹ ਨਹੀਂ ਹੈ। ਫਿਰ ਇਕੱਲਾ ਇਹੀ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ। ਬੱਚਾ ਆ, ਉਹ ਖਾਣ ਵਾਲੀ ਚੀਜ਼ ਦੇਖੀ, ਮੈਨੂੰ ਖਾਣ ਲਈ ਚਾਹੀਦਾ, ਪਹਿਲਾਂ ਜੇ ਪੇਟ ਭਰ ਕੇ ਬੈਠਾ, ਹੁਣ ਓਵਰ ਈਟਿੰਗ ਕਰ ਰਿਹਾ। ਓਬੇਸਿਟੀ ਕੀ ਹੈ ਇਸ ਮੁਲਕ ਦੇ ਵਿੱਚ? ਇਹੋ ਹੀ ਤੇ ਹੈ। ਹੁਣ ਉਹ ਕਾਇਆ ਕੀ ਕੀਮਤ, ਉਹਨੂੰ ਖੁਦ ਨੂੰ ਨਹੀਂ ਪਤਾ ਆਪਣੇ ਆਪ ਬਾਰੇ। ਇਸ ਸਾਰੇ ਦੇ ਬਾਬਤ ਭਾਈ ਅਵੇਅਰਨੈਸ ਜਨਰੇਟ ਹੋਏ ਬੰਦੇ ਦੀ ਸੁਰਤ ਵਿੱਚ, ਬੰਦੇ ਦੇ ਖਿਆਲਾਂ ਦੇ ਵਿੱਚ, ਉੱਥੋਂ ਫਿਰ ਜੀਵਨ ਜੀਣ ਦਾ ਇੱਕ ਹਾਇਰ ਲੈਵਲ ਬੰਦੇ ਨੂੰ ਪ੍ਰਾਪਤ ਹੋ ਸਕਦਾ। ਮਹਾਰਾਜ ਜੋ ਬਿਆਨ ਕਰਦੇ ਨੇ ਕਿ ਕਾਇਆ ਵਿੱਚ ਤੋਟਾ, ਕਾਇਆ ਵਿੱਚ ਲਾਹਾ, ਇਹਦੇ 'ਚ ਬਹੁਤ ਨੁਕਸਾਨ ਕਰ ਸਕਦਾ ਬੰਦਾ ਆਪਣੇ ਆਪ ਦਾ, ਆਪਣੇ ਆਲੇ ਦੁਆਲੇ ਦਾ। ਅੱਜ ਲਗਾਤਾਰ 3-4 ਰੋਜ਼ ਹੋ ਚੱਲੇ ਨੇ, ਲੰਡਨ ਇੰਸੀਡੈਂਟ ਬਾਰੇ ਬੜੀਆਂ ਗੱਲਾਂ ਹੋ ਰਹੀਆਂ ਨੇ। ਅੱਜ ਉਸ ਇੰਡੀਵਿਜੂਅਲ ਦੀ ਜਿਹੜਾ ਅਸਲ ਵਿੱਚ ਇਸ ਸਾਰੇ ਵਾਸਤੇ ਅਕਿਊਜ਼ ਕੀਤਾ ਗਿਆ, ਜਿਸਨੂੰ ਜਿਹੜਾ ਅਸਲ ਜ਼ਿੰਮੇਵਾਰ ਹੈ, ਅਜੇ ਪੁਲਿਸ ਨੇ ਆਪਣਾ ਕੰਮ ਕਰਨਾ ਐਜ਼ ਏ ਕ੍ਰਿਮੀਨਲ ਦੇ ਤੌਰ 'ਤੇ ਉਸਨੂੰ ਜੋ ਹੈਗਾ ਕੋਰਟ ਆਫ ਜਸਟਿਸ ਦੁਆਰਾ ਪ੍ਰੋਸੈਸ ਦੇ ਅੰਦਰ ਲਿਜਾ ਕੇ ਉਹਨੂੰ ਪਨਿਸ਼ ਕੀਤਾ ਜਾਏਗਾ। ਪੂਰੀ ਇਨਵੈਸਟੀਗੇਸ਼ਨ ਹੋਏਗੀ, ਸਭ ਚੀਜ਼ਾਂ ਹੋਣਗੀਆਂ। ਉਹਦੀ ਕੋਰਟ ਅਪੀਅਰਿੰਗ ਵੀ ਹੋ ਰਹੀ ਸੀ, ਸਭ ਚੀਜ਼ਾਂ ਹੋ ਰਹੀਆਂ ਸੀ। ਪਰ ਆਪ ਦੇਖੋਗੇ ਕੋਈ ਥਾਟਸ ਆਏ ਇਹੋ ਜਿਹੇ
ਕਿਸੇ ਦੇ ਮੈਂ ਰਹਿਣ ਸਹਿਣ ਨੂੰ ਲਾਇਕ ਨਹੀਂ ਕਰਦਾ, ਚਲੋ ਉਸ ਤੋਂ ਮੈਂ ਜਿਉਣ ਦਾ ਹੱਕ ਖੋ ਲਿਆ। ਹੁਣ ਇਹ ਕੀ ਹੈ? ਇੱਕ ਕਾਇਆ ਆਪਣੇ ਲਈ ਤੇ ਤੋਟਾ ਪ੍ਰਾਪਤ ਕਰ ਹੀ ਰਹੀ ਹੈ, ਕਿਉਂਕਿ ਉਹਦੇ ਲਈ ਵੀ ਰਾਹ ਕੋਈ ਚੰਗਾ ਨਹੀਂਗਾ, ਪਰ ਦੂਜਿਆਂ ਲਈ ਵੀ ਉਹ ਤੋਟਾ ਕਿੱਡਾ ਵੱਡਾ ਕਰ ਲਈ, ਸਮਾਜ ਨੂੰ ਤੋਟ ਪਾਤੀ ਉਹਨੇ। ਇੰਨੀਆਂ ਪ੍ਰੀਸ਼ੀਅਸ ਜਿਹੜੀਆਂ 4 ਲਾਈਵ ਸੀਗੀਆਂ ਉਹ ਖੋ ਲਈਆਂ। ਫਿਰ ਇਹ ਚੀਜ਼ਾਂ ਜਿਹੜੀਆਂ ਬੰਦੇ ਨੂੰ ਇਸ ਅਹਿਸਾਸ ਦੇ ਵਿੱਚ ਆ ਜਾਣਾ ਕਿ ਜ਼ਿੰਦਗੀ ਦੀ ਵੈਲਿਊ ਕੀ ਹੈ ਮੇਰੇ ਵਾਸਤੇ, ਦੂਜਿਆਂ ਵਾਸਤੇ। ਫਿਰ ਬੇਨਤੀ ਕਰਦਾ ਨਾ, ਵੇਸਟੇਜ ਆਫ ਲਾਈਫ ਉਹ ਆਪ ਅਹਿਸਾਸ ਕਰੋ। ਜੋ ਇੰਡੀਵਿਜੂਅਲ ਸੁਸਾਇਟੀ 'ਚ ਕੰਟਰੀਬਿਊਟ ਕਰ ਰਹੇ ਨੇ, ਜਿਨ੍ਹਾਂ ਨੇ ਪਰਿਵਾਰਾਂ 'ਚ ਕੰਟਰੀਬਿਊਟ ਕਰਨਾ ਹੈ, ਨੇਸ਼ਨਸ ਵਿੱਚ ਕੰਟਰੀਬਿਊਟ ਕਰਨਾ ਹੈ, ਉਹਨਾਂ ਸਾਰਿਆਂ ਨੂੰ ਇਸ ਤਰੀਕੇ ਨਾਲ ਕੁਚਲ ਦੇਣਾ। ਕਾਇਆ ਵਿੱਚ ਤੋਟਾ, ਪਰ ਇਹ ਵੀ ਸੱਚਾਈ ਹੈ ਕਾਇਆ ਵਿੱਚ ਲਾਹਾ। ਇਹੀ ਹਿਊਮਨ ਬਾਡੀਜ਼ ਨੇ, ਇਸੇ ਤਰ੍ਹਾਂ ਦਾ ਸਰੀਰ ਜੀਵਨ ਆ ਜਿਹਨੂੰ ਅਸੀਂ ਫਰੰਟ ਲਾਈਨ ਵਰਕਰਸ ਦੇ ਤੌਰ ਤੇ ਵੇਖ ਰਹੇ ਹਾਂ। ਆਪਣੀਆਂ ਜਾਨਾਂ ਨੂੰ ਖਤਰੇ ਤੇ ਪਾ ਕੇ ਲੱਖਾਂ ਜਾਨਾਂ ਬਚਾ ਰਹੇ ਨੇ। ਇਹ ਵੀ ਤੇ ਕਾਇਆ ਹੀ ਅਸਲ ਵਿੱਚ। ਹਾਂ, ਜਿਹਦਾ ਮੂੰਹ ਵਿਵੇਕ ਵੱਲ ਹੋ ਜਾਏ, ਜਿਸਨੂੰ ਸਹੀ ਤੇ ਗਲਤ ਦੀ ਪ੍ਰੋਪਰ ਸਹੀ ਢੰਗ ਨਾਲ ਸਮਝ ਆ ਜਾਏ, ਉਹਨੂੰ ਕਿਹਾ ਗੁਰਮੁਖ ਹੋਵੇ ਕਾਇਆ ਸੁੱਧ ਹੈ। ਉਹ ਆਪਣੇ ਆਪੇ ਦਾ, ਆਪਣੇ ਜੀਵਨ ਦਾ ਸੁੱਧ ਦਾ ਕਰਨਾ, ਸੁਧਾਰਵਾਦੀ ਹੋ ਜਾਂਦਾ। ਉਹ ਕੂੜ ਕਬਾੜ ਨੂੰ ਆਪਣੇ ਮਨ ਦੇ ਬਿਰਤੀ ਤੇ ਹਾਵੀ ਨਹੀਂ ਹੋਣ ਦਿੰਦਾ। ਭਾਵੇਂ ਆਪਣੇ ਖਾਣ ਪਾਣ, ਰਹਿਣ ਸਹਿਣ, ਬੋਲ ਚਾਲ, ਸਭ ਚੀਜ਼ ਦੀ ਗੱਲ ਹੋਏ, ਤੇ ਭਾਵੇਂ ਸੰਸਾਰ ਨਾਲ ਵਰਤੋਂ ਵਿਹਾਰ ਦੀ ਗੱਲ ਹੋਏ। ਇਹੀ ਅਸਲ ਰੂਪ ਦੇ ਵਿੱਚ ਧਰਮ ਆ। ਸਿੱਖੀ ਨੇ, ਗੁਰੂ ਸਾਹਿਬ ਨੇ ਕਿਹਾ, ਧਰਮ ਸਿਰਫ ਵਿਖਾਵਾ ਨਹੀਂ ਹੁੰਦਾ, ਇਹ ਤੇ ਜੀਵਨ ਜੀਣ ਦਾ ਇੱਕ ਸਲੀਕਾ ਢੰਗ ਤਰੀਕਾ ਹੈ, ਜਿਹਨੂੰ ਅਸੀਂ ਇੱਕੋ ਵਰਡ 'ਚ ਸਾਰੇ ਨੂੰ ਨਟਸ਼ੈਲ ਦੇ ਵਿੱਚ ਜਿਹੜਾ ਹੈਗਾ ਉਸ ਨੂੰ ਬੰਦ ਕਰਦੇ ਹੈਗੇ ਆ, ਵੇ ਆਫ ਲਾਈਫ। once one is able to generate, to follow the proper path of his or her way of life, that means that person is going toward the right direction. And when I'm saying proper path, ਉਹ ਪਾਥ ਜਿਹੜਾ ਵਿਵੇਕਸ਼ੀਲਤਾ ਹੋਏ, ਜਿਹੜਾ ਹਿਊਮਨ ਇਨਰ ਇਨਸਟਿੰਕਟ ਨੂੰ, ਜਿਹੜਾ ਉਹਦੇ ਇਨਰ, ਜਿਹੜਾ ਐਕਚੁਅਲ ਲੈਵਲ ਤੇ ਅੰਦਰ ਦੀ ਮਨੁੱਖੀ ਆਵਾਜ਼ ਉਹਨੂੰ ਸੁਣ ਸਕਦਾ ਹੋਏ। ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਕਾਇਆ ਕੋਟ ਰਚਾਇਆ। ਇਹ ਰਚਨਾ ਕਿਸੇ ਸ਼ੈਤਾਨ ਨੇ ਨਹੀਂ ਕੀਤੀ, ਕਿਸੇ ਹੈਵਾਨ ਨੇ ਨਹੀਂ ਕੀਤੀ। ਇਹ ਰਚਨਾ ਕਰਤਾਰੀ ਹੁਕਮ ਦੇ ਵਿੱਚ ਕਰਤਾਰ ਨੇ ਖੁਦ ਕੀਤੀ ਹੈ। ਕਾਇਆ ਕੋਟ ਰਚਾਇਆ, ਹਰ ਸੱਚਾ ਆਪੇ। ਉਹੀ ਸਿਰਜਣਹਾਰ ਆ, ਇੱਕ ਦੂਜਾ ਭਾਏ ਖੁਆਇਨ, ਹਉਮੈ ਵਿੱਚ ਵਿਆਪੇ। ਹਉਮੈ ਮੈਂ ਤੇ ਮੇਰੀ ਹੋਂਦ, ਮੀ ਐਂਡ ਮਾਈ ਸੈਲਫ, ਨਥਿੰਗ ਐਲਸ। ਜਿਵੇਂ ਹੀ ਇਹ ਥਾਟ ਵਧਿਆ ਨੀਗਾ ਤੇ ਬੰਦੇ ਲਈ ਦੁੱਖ ਦਾ ਰਾਹ ਪੱਕਾ ਹੋ ਗਿਆ। ਹਉਮੈ ਹੀ ਹੈ, ਹੰਕਾਰ ਹੀ ਹੈ ਵਧਿਆ ਹੋਇਆ, ਜਿਹੜਾ ਤੰਗ ਕਰਦਾ ਹੈ। ਇਹਦੇ ਤੇ ਕੰਮ ਕਰਨਾ ਆ। ਜਿਹਨੂੰ ਗੁਰੂ ਵਾਲਾ ਰਾਹ ਦਿਸ ਜਾਏ, ਉਹਦੇ ਵਿੱਚੋਂ ਮੈਂ ਮੇਰੀ ਦਾ ਤਸੱਵਰ ਘਟਦਾ ਹੈ। ਉਹ ਆਲੇ ਦੁਆਲੇ ਨੂੰ ਐਕਸੈਪਟ ਕਰਦਾ ਹੈ, ਆਲੇ ਦੁਆਲੇ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਦਾ ਆ, ਸਾਂਝਾਂ ਵਧਾਉਂਦਾ ਆ, ਪਿਆਰ, ਸਨੇਹ, ਖਲੂਸ, ਮੁਹੱਬਤ, ਇੱਕ ਦੂਜੇ ਨੂੰ ਇੱਜ਼ਤ, ਇੱਕ ਦੂਜੇ ਦੀ ਬਰਦਾਸ਼ਤ, ਇਹ ਸਭ ਚੀਜ਼ਾਂ ਆ ਜਾਂਦੀਆਂ ਨੇ ਉਹਦੇ ਵਿੱਚ। ਇੱਥੇ ਸਾਹਿਬ ਨੇ ਬਿਆਨ ਕੀਤਾ ਹੈ, ਇੱਕ ਦੂਜੇ ਭਾਏ ਖੁਆਈਨ। ਇਹ ਵੀ ਉਹਦਾ ਹੁਕਮ ਹੈ। ਜਦੋਂ ਬੰਦਾ ਅਸਲੇ ਤੋਂ ਟੁੱਟ ਕੇ ਗਲਤ ਰਾਹ ਤੇ ਤੁਰ ਪਏ, ਖੁਆਰੀ ਪ੍ਰਾਪਤ ਕਰਦਾ ਹੈ। ਹਉਮੈ ਵਿੱਚ ਵਿਆਪੇ, ਇਹ ਮਾਨਸ ਜਨਮ ਦੁਲੰਭ, ਸਾ ਮਨ ਮੁਖ ਸੰਤਾਪੇ। ਮਨ ਦਾ ਮੁਰੀਦ ਇਸ ਮਨੁੱਖੀ ਜੀਵਨ ਦੇ ਨਾਲ ਸੰਤਾਪ ਭੋਗਦਾ ਆ। ਅੱਜ ਇਹ ਮੰਨਿਆ ਜਾਂਦਾ ਹੈ ਸਾਡੇ ਕੋਲ ਆਫਟਰ COVID-19 ਤੇ ਪਤਾ ਨਹੀਂ ਕਿਹੋ ਜਿਹੀ ਹਾਲਤ ਬਣੇ ਹੋਣਗੇ, ਜਾਂ COVID-19 ਦੇ ਵਿੱਚ, ਜਾਂ ਆਫਟਰ COVID-19 we might get some other data, but before that we had data which was telling us that around 20% of Canadian were struggling with mental health. मतलब ਇਹ 20% ਪਾਪੂਲੇਸ਼ਨ, ਹਰ 5ਵਾਂ ਕੈਨੇਡੀਅਨ ਡਾਇਰੈਕਟਲੀ ਇਨਡਾਇਰੈਕਟਲੀ ਮੈਂਟਲ ਹੈਲਥ ਨਾਲ ਦੋ ਚਾਰ ਹੋ ਰਿਹਾ ਹੈਗਾ। ਜੋ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਦਾ ਮਤਲਬ ਇਹ ਹੈ ਮਨੁੱਖਾ ਜ਼ਿੰਦਗੀ ਉਹਦੇ ਲਈ ਡੇ ਟੂ ਡੇ ਜ਼ਿੰਦਗੀ ਜੀਣੀ ਵੀ ਉਹਦੇ ਲਈ ਦੁਸ਼ਵਾਰ ਹੋਈ ਪਈ ਹੈ, ਔਖੀ ਹੋਈ ਪਈ ਹੈ। ਇਹੀ ਸੰਤਾਪ ਆ, ਹੋਰ ਕੋਈ ਸੰਤਾਪ ਨਹੀਂ। ਜਿਹਨੂੰ ਅਸੀਂ ਬਲਿਸ ਜਾਂ ਕਰਸ ਕਹਿੰਦੇ ਆ ਨਾ, ਕਰਸ ਹੋਰ ਕੁਛ ਨਹੀਂ ਗਾ, ਇਹੀ ਹੈ ਬੰਦੇ ਨੂੰ ਜਿਉਣਾ ਤੋਂ ਉੱਪਰ ਹੋ ਜਾਏ,
ਤੇ ਸਭ ਕਹਿੰਦੇ ਇਹਦਾ ਵੱਡਾ ਕਾਰਨ ਹੈ ਮਾਨਸ ਜਨਮ ਦੁਲੰਭ। ਇਹ ਮਨੁੱਖਾ ਜੀਵਨ ਬੜਾ ਦੁਰਲਭ ਆ। ਇਹ ਬੜੀ ਇੱਕ ਜਿਹਨੂੰ ਕਹਿ ਲਿਆ ਜਾਏ ਕਿ ਆਸਾਨੀ ਦੇ ਨਾਲ ਮਿਲਣ ਵਾਲੀ ਚੀਜ਼ ਨਹੀਂ, ਕਿ ਬੰਦੇ ਨੇ ਸਮਝ ਨਹੀਂ, ਅਹਿਸਾਸ ਨਹੀਂ ਰਿਹਾ। ਇਸ ਕਰਕੇ ਉਸ ਦੁਨੀਆ 'ਚ ਗਵਾਚੀ ਜਾ ਰਿਹਾ ਹੈ ਜਿਹੜੀ ਦੁਨੀਆ ਉਹਦੇ ਮਤਲਬ ਦੀ ਹੈ ਹੀ ਨਹੀਂ। ਮਤਲਬ ਕਿਸੇ ਨਾਲ ਈਰਖਾ ਦੇ ਵਿੱਚ, ਕਿਸੇ ਕਿਸਮ ਦੇ ਵਧੇ ਹੋਏ ਲਾਲਚਾਂ ਦੇ ਵਿੱਚ, ਕਿਸੇ ਕਿਸਮ ਦੇ ਵਧੇ ਹੋਏ ਹੰਕਾਰ ਦੇ ਵਿੱਚ, ਵਕਾਰਾਂ ਦੇ ਵਿੱਚ। ਗੁਰੂ ਬਾਬਾ ਜੀ ਕਹਿੰਦੇ ਸਾ ਮਨਮੁਖ ਸੰਤਾਪੇ, ਐਸਾ ਮਨ ਦਾ ਮੁਰੀਦ ਫਿਰ ਸੰਤਾਪ ਭੋਗ ਰਿਹਾ ਹੈ। ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੇ। ਜਿਸ ਨੂੰ ਸਤਿਗੁਰੂ ਆਪਣੇ ਗਿਆਨ ਦੀ ਉਥਾਪਨਾ ਦੇ ਦੇ, ਸੋਝੀ ਦੇ ਦੇ, ਉਹ ਇਸ ਚੀਜ਼ ਨੂੰ ਜੋ ਹੈ ਸਮਝ ਸਕਦਾ। ਅਦਰਵਾਈਜ਼ ਬੰਦਾ ਉਸ ਹਨੇਰੇ ਦੇ ਵਿੱਚ ਹਨੇਰਾ ਟੋਈ ਜਾ ਰਿਹਾ। ਬਿਲਕੁਲ ਅੰਤਲੀ ਲਾਈਨ ਹੈ, ਸਭ ਜਗ ਖੇਲ ਰਚਾਏ ਉਹਨ ਸਭ ਵਰਤਾਇਆ ਆਪੇ। ਇਹ ਸਾਰਾ ਸੰਸਾਰ ਉਸਨੇ ਖੇਲ ਰੂਪ ਵਿੱਚ ਵਰਤਿਆ ਹੈ ਤੇ ਇਸ ਖੇਲ ਦੇ ਵਿੱਚ ਉਹ ਆਪ ਵੀ ਵਰਤ ਰਿਹਾ ਹੈ। ਮੁਰਾਦ ਇਹੋ ਹੀ ਹੈ ਬੰਦਾ ਇੱਕ ਬਲੀਫ ਸਿਸਟਮ ਨੂੰ ਅਡਾਪਟ ਕਰੇ, ਜਿਵੇਂ ਸਿੱਖੀ ਦਾ ਸਾਰਾ ਸਿਸਟਮ ਹੈ ਜਿਹਦੇ 'ਚ ਅਸੀਂ ਕਹਿੰਦੇ ਹਾਂ ਕਰਨ ਕਰਾਉਣ ਵਾਲਾ ਆਪੇ ਆਪ ਹੈ। ਗੁਰੂ ਸਾਡਾ ਰਾਹ ਵਿਖਾਉਣ ਵਾਲਾ ਰਾਹਗੀਰ, ਰਾਹ ਦਰਸਾਉਣ ਵਾਲਾ ਮਾਰਗਦਰਸ਼ਕ ਹੈ। ਉਹਨੂੰ ਐਜ਼ ਏ ਲੀਡਿੰਗ ਰੋਲ ਦੇ 'ਚ ਐਕਸੈਪਟ ਕੀਤਾ ਜਾਏ, ਉਹਦੇ ਮੈਸੇਜਸ ਨੂੰ, ਉਹਦੀਆਂ ਟੀਚਿੰਗਸ ਨੂੰ ਫੋਲੋ ਕੀਤਾ ਜਾਏ ਤੇ ਵਿਸ਼ਵਾਸ ਕਰਤਾਰ ਤੇ ਕਰਦਿਆਂ ਹੋਇਆਂ ਸਹੀ ਚੋਇਸਿਸ ਜ਼ਿੰਦਗੀ ਦੀਆਂ ਬਣਾਈਆਂ ਜਾਣ। ਮਹਾਰਾਜ ਕਹਿੰਦੇ ਇਹੀ ਧਰਮ ਹੈ ਤੇਰੇ ਵਾਸਤੇ, ਇਹਨੂੰ ਅਡਾਪਟ ਕਰ। ਇਹਦੇ ਨਾਲ ਇਹ ਦੁਰਲਭ ਦੇਹੀ ਜਿਹੜੀ ਹੈ ਇਹ ਸਕਾਰਤ ਹੋਏਗੀ, ਇਹ ਮੀਨਿੰਗਫੁਲ ਹੋਏਗੀ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਲਈ ਮਾਫੀ। ਕਿਰਸਾਨੀ ਸੰਘਰਸ਼ ਲਈ ਜੂਝ ਰਹੇ ਮਾਈ ਭਾਈ, ਜੋ ਕਿਰਸਾਨੀ ਹਕੂਕਾਂ ਲਈ ਜੂਝ ਰਹੇ ਨੇ, ਉਹਨਾਂ ਦੀ ਸਫਲਤਾ ਹੋਏ, ਚੜ੍ਹਦੀ ਕਲਾ ਹੋਏ। ਇੰਨੀਆਂ ਕੁ ਬੇਨਤੀਆਂ ਨਾਲ ਹੀ ਕਹਿ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।